ਅਲਕੋਹਲਿਕਸ ਅਨੋਨਿਮਸ। ਇੱਕ ਡਾਕਟਰ ਦੀ ਰਾਏ। ਅਸੀਂ ਅਲਕੋਹਲਿਕਸ ਅਨੋਨਿਮਸ ਦੇ ਮੈਂਬਰ ਇਹ ਵਿਸ਼ਵਾਸ ਕਰਦੇ ਹਾਂ ਕਿ ਪਾਠਕ ਇਸ ਕਿਤਾਬ ਵਿੱਚ ਦਰਸਾਈ ਰੋਗ ਮੁਕਤੀ ਦੀ ਯੋਜਨਾ ਸੰਬੰਧੀ ਡਾਕਟਰੀ ਰਾਏ ਜਾਣਨ ਦੇ ਇੱਛੁਕ ਹੋਣਗੇ। ਠੋਸ ਸਬੂਤ ਯਕੀਨਨ ਹੀ ਉਹਨਾਂ ਡਾਕਟਰਾਂ ਵੱਲੋਂ ਦਿੱਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਨੂੰ ਸਾਡੇ ਮੈਂਬਰਾਂ ਦੀਆਂ ਪੀੜਾਂ ਦਾ ਤਜਰਬਾ ਹੈ ਅਤੇ ਉਹਨਾਂ ਨੇ ਸਾਨੂੰ ਮੁੜ ਸਿਹਤਮੰਦ ਹੁੰਦੇ ਵੇਖਿਆ ਹੈ। ਇੱਕ ਮਸ਼ਹੂਰ ਡਾਕਟਰ ਨੇ ਜੋ ਰਾਸ਼ਟਰ ਪੱਧਰ ਦੇ ਸ਼ਰਾਬੀਪਣ ਅਤੇ ਨਸ਼ੇਬਾਜ਼ੀ ਦੇ ਇਲਾਜ ਦੇ ਪ੍ਰਮੁੱਖ ਹਸਪਤਾਲ ਵਿੱਚ ਨਿਯੁਕਤ ਸੀ, ਉਹਨਾਂ ਨੇ ਏ ਨੂੰ ਇਹ ਪੱਤਰ ਲਿਖਿਆ। ਜਿਸ ਕਿਸੇ ਨਾਲ ਵੀ ਸੰਬੰਧਿਤ ਹੋਵੇ, ਮੈਨੂੰ ਕਈ ਸਾਲਾਂ ਤੋਂ ਸ਼ਰਾਬੀਪਣ ਦੇ ਇਲਾਜ ਕਰਨ ਦੀ ਮਹਾਰਤ ਹਾਸਲ ਹੈ। ਮੈਂ ਸੰਨ 1934 ਦੇ ਅਖੀਰ ਵਿੱਚ ਇੱਕ ਅਜਿਹਾ ਮਰੀਜ਼ ਵੇਖਿਆ ਜੋ ਭਾਵੇਂ ਪੈਸੇ ਕਮਾਉਣ ਦੀ ਯੋਗਤਾ ਰੱਖਣ ਵਾਲਾ ਇੱਕ ਵਪਾਰੀ ਸੀ, ਪਰ ਉਹ ਇੱਕ ਅਜਿਹੀ ਕਿਸਮ ਦਾ ਸ਼ਰਾਬੀ ਸੀ ਜਿਸ ਨੂੰ ਮੈਂ ਬੇਆਸ ਮੰਨਦਾ ਸੀ। ਤੀਜੀ ਵਾਰ ਇਲਾਜ ਕਰਵਾਉਂਦਿਆਂ ਉਸ ਨੂੰ ਠੀਕ ਹੋਣ ਦੀ ਇੱਕ ਸੰਭਾਵਨਾ ਬਾਰੇ ਕੁਝ ਖਾਸ ਵਿਚਾਰ ਆਏ। ਆਪਣੇ ਮੁੜ ਠੀਕ ਹੋਣ ਦੇ ਤਰੀਕੇ ਵਜੋਂ ਉਸਨੇ ਆਪਣੀਆਂ ਧਾਰਨਾਵਾਂ ਦੂਜੇ ਸ਼ਰਾਬੀਆਂ ਅੱਗੇ ਦਰਸਾਉਣੀਆਂ ਸ਼ੁਰੂ ਕੀਤੀਆਂ, ਉਹਨਾਂ ਤੇ ਇਹ ਜ਼ੋਰ ਪਾਉਂਦਿਆਂ ਹੋਇਆਂ ਕਿ ਉਹ ਵੀ ਹੋਰਨਾਂ ਸ਼ਰਾਬੀਆਂ ਨਾਲ ਅਜਿਹਾ ਵਿਚਾਰ ਵਟਾਂਦਰਾ ਕਰਨ। ਇਹੀ ਧਾਰਨਾ ਇਹਨਾਂ ਆਦਮੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਤੇਜ਼ੀ ਨਾਲ ਵੱਧਦੀ ਹੋਈ ਸੰਸਥਾ ਦਾ ਆਧਾਰ ਬਣ ਗਈ। ਇਹ ਆਦਮੀ ਅਤੇ 100 ਤੋਂ ਵੱਧ ਹੋਰ ਵਿਅਕਤੀ ਠੀਕ ਹੋ ਗਏ ਜਾਪਦੇ ਹਨ। ਮੈਂ ਨਿੱਜੀ ਤੌਰ ਤੇ ਅਨੇਕ ਵਿਅਕਤੀਆਂ ਨੂੰ ਜਾਣਦਾ ਹਾਂ ਜਿਨ੍ਹਾਂ ਤੇ ਹੋਰ ਸਾਰੇ ਸਾਧਨ ਪੂਰੀ ਤਰ੍ਹਾਂ ਨਾਕਾਮਯਾਬ ਹੋ ਚੁੱਕੇ ਸਨ। ਇਹ ਤੱਥ ਡਾਕਟਰੀ ਕਿੱਤੇ ਲਈ ਬਹੁਤ ਹੀ ਮਹੱਤਵਪੂਰਨ ਜਾਪਦੇ ਹਨ। ਇਸ ਗਰੁੱਪ ਦੇ ਤੇਜ਼ੀ ਨਾਲ ਵਿਕਾਸ ਦੀ ਵਿਸ਼ੇਸ਼ ਸੰਭਾਵਨਾ ਕਰਕੇ ਹੀ ਇਹ ਸ਼ਾਇਦ ਸ਼ਰਾਬੀਪਣ ਦੇ ਇਤਿਹਾਸ ਵਿੱਚ ਨਵਾਂ ਦੌਰ ਸ਼ੁਰੂ ਕਰ ਦੇਣਾ ਹੋ ਸਕਦਾ ਹੈ ਕਿ ਇਹਨਾਂ ਆਦਮੀਆਂ ਕੋਲ ਹਜ਼ਾਰਾਂ ਹੀ ਅਜਿਹੀਆਂ ਸਥਿਤੀਆਂ ਨੂੰ ਸੁਲਝਾਉਣ ਦਾ ਵੀ ਇੱਕ ਚੰਗਾ ਹੱਲ ਹੋਵੇ। ਤੁਸੀਂ ਇਹਨਾਂ ਦੀ ਆਪਣੇ ਆਪ ਬਾਰੇ ਕਹੀ ਹਰ ਗੱਲ ਤੇ ਪੂਰੀ ਤਰ੍ਹਾਂ ਭਰੋਸਾ ਕਰ ਸਕਦੇ ਹੋ। ਸ਼ੁਭ ਚਿੰਤਕ ਵਿਲੀਅਮ ਡੀ ਸਿਲਕਵਰਥ MD। ਜਿਸ ਡਾਕਟਰ ਨੇ ਸਾਡੀ ਬੇਨਤੀ ਤੇ ਸਾਨੂੰ ਇਹ ਪੱਤਰ ਦਿੱਤਾ, ਉਸਨੇ ਆਪਣੇ ਵਿਚਾਰਾਂ ਨੂੰ ਹੋਰ ਵਿਸਥਾਰ ਨਾਲ ਪ੍ਰਗਟਾਉਣ ਦੀ ਕਿਰਪਾਲਤਾ ਵੀ ਕੀਤੀ ਜੋ ਅੱਗੇ ਦੱਸੇ ਗਏ ਹਨ। ਇਸ ਬਿਆਨ ਵਿੱਚ ਉਸਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸ਼ਰਾਬੀ ਸਰੀਰਕ ਤੌਰ ਤੇ ਵੀ ਓਨਾ ਹੀ ਬਿਮਾਰ ਹੁੰਦਾ ਹੈ ਜਿੰਨਾ ਕਿ ਮਾਨਸਿਕ ਤੌਰ ਤੇ। ਇਸ ਗੱਲ ਤੇ ਸਾਨੂੰ ਸ਼ਰਾਬ ਤੋਂ ਪੀੜਤ ਵਿਅਕਤੀਆਂ ਨੂੰ ਜ਼ਰੂਰ ਯਕੀਨ ਕਰਨਾ ਚਾਹੀਦਾ ਹੈ। ਸਾਨੂੰ ਇਸ ਗੱਲ ਤੇ ਤਸੱਲੀ ਨਹੀਂ ਹੋਈ ਕਿ ਅਸੀਂ ਸ਼ਰਾਬ ਸਿਰਫ ਇਸ ਕਰਕੇ ਕੰਟਰੋਲ ਵਿੱਚ ਨਹੀਂ ਪੀ ਸਕਦੇ ਕਿਉਂਕਿ ਅਸੀਂ ਜ਼ਿੰਦਗੀ ਨਾਲ ਸਮਝੌਤਾ ਨਹੀਂ ਕਰ ਪਾਏ ਅਤੇ ਅਸੀਂ ਸੱਚ ਤੋਂ ਕਿਤੇ ਦੂਰ ਸੀ ਜਾਂ ਸਪਸ਼ਟ ਤੌਰ ਤੇ ਮਾਨਸਿਕ ਰੋਗੀ ਸੀ। ਇਹ ਗੱਲਾਂ ਕੁਝ ਹੱਦ ਤੱਕ ਅਤੇ ਅਸਲ ਵਿੱਚ ਸਾਡੇ ਵਿੱਚੋਂ ਕੁਝ ਲਈ ਤਾਂ ਬਹੁਤ ਜ਼ਿਆਦਾ ਹੱਦ ਤੱਕ ਸੱਚ ਹਨ, ਪਰ ਸਾਨੂੰ ਯਕੀਨ ਹੈ ਕਿ ਅਸੀਂ ਸਰੀਰਕ ਤੌਰ ਤੇ ਵੀ ਰੋਗੀ ਹੋ ਚੁੱਕੇ ਸੀ। ਸਾਡੀ ਧਾਰਨਾ ਅਨੁਸਾਰ ਸ਼ਰਾਬੀ ਦੀ ਕੋਈ ਤਸਵੀਰ ਜਿਸ ਵਿੱਚ ਸਰੀਰਕ ਪਹਿਲੂ ਨਾ ਦਰਸਾਇਆ ਹੋਵੇ ਅਧੂਰੀ ਹੈ। ਡਾਕਟਰ ਦਾ ਇਹ ਵਿਚਾਰ ਕਿ ਸਾਨੂੰ ਸ਼ਰਾਬ ਤੋਂ ਐਲਰਜੀ ਹੈ ਦਿਲਚਸਪ ਜਾਪਦਾ ਸੀ। ਇੱਕ ਸਧਾਰਨ ਆਦਮੀ ਹੋਣ ਨਾਤੇ ਇਸ ਵਿਚਾਰ ਦੇ ਠੋਸ ਹੋਣ ਸੰਬੰਧੀ ਸਾਡੀ ਰਾਏ ਦਾ ਯਕੀਨਨ ਹੀ ਕੋਈ ਮਹੱਤਵ ਨਹੀਂ, ਪਰ ਕਦੇ ਸ਼ਰਾਬ ਤੋਂ ਪੀੜਤ ਰਹਿ ਚੁੱਕੇ ਅਸੀਂ ਲੋਕ ਇਹ ਕਹਿ ਸਕਦੇ ਹਾਂ ਕਿ ਉਸ ਦੀ ਵਿਆਖਿਆ ਦਾ ਮਤਲਬ ਠੀਕ ਹੀ ਨਿਕਲਦਾ ਹੈ। ਇਹ ਉਹਨਾਂ ਕਈ ਗੱਲਾਂ ਨੂੰ ਸਪਸ਼ਟ ਕਰਦੀ ਹੈ ਜਿਨ੍ਹਾਂ ਨੂੰ ਅਸੀਂ ਉਂਝ ਨਹੀਂ ਸਮਝ ਸਕਦੇ। ਭਾਵੇਂ ਅਸੀਂ ਆਪਣਾ ਹੱਲ ਅਧਿਆਤਮਿਕ ਅਤੇ ਪਰਉਪਕਾਰੀ ਪੱਧਰ ਤੇ ਲੱਭਦੇ ਹਾਂ, ਫਿਰ ਵੀ ਅਸੀਂ ਉਹਨਾਂ ਸ਼ਰਾਬੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਨ ਦੇ ਹੱਕ ਵਿੱਚ ਹਾਂ ਜਿਨ੍ਹਾਂ ਦਾ ਸਰੀਰ ਕੰਬ ਰਿਹਾ ਹੋਵੇ ਜਾਂ ਦਿਮਾਗ ਧੁੰਦਲਾ ਹੋਵੇ। ਅਕਸਰ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਜਿਸ ਆਦਮੀ ਨਾਲ ਸੰਪਰਕ ਕਰਨਾ ਹੋਵੇ ਉਸ ਦਾ ਦਿਮਾਗ ਠੀਕ ਹਾਲਤ 'ਚ ਹੋਵੇ ਤਾਂ ਜੋ ਉਸ ਕੋਲ ਸਾਡੀ ਦੱਸੀ ਜਾਣ ਵਾਲੀ ਗੱਲ ਨੂੰ ਸਮਝਣ ਅਤੇ ਸਵੀਕਾਰ ਕਰਨ ਦਾ ਚੰਗੇਰਾ ਮੌਕਾ ਹੋਵੇ। ਡਾਕਟਰ ਲਿਖਦਾ ਹੈ ਕਿ ਇਸ ਕਿਤਾਬ ਵਿੱਚ ਦਰਸਾਇਆ ਗਿਆ ਵਿਸ਼ਾ
ਮੈਨੂੰ ਉਹਨਾਂ ਵਾਸਤੇ ਸਭ ਤੋਂ ਮਹੱਤਵਪੂਰਨ ਜਾਪਦਾ ਹੈ ਜਿਹੜੇ ਸ਼ਰਾਬੀਪਣ ਦੀ ਲੱਤ ਤੋਂ ਬੁਰੀ ਤਰ੍ਹਾਂ ਦੁਖੀ ਹਨ। ਮੈਂ ਇਹ ਗੱਲ ਕਈ ਸਾਲਾਂ ਦੇ ਉਸ ਤਜਰਬੇ ਵਿੱਚੋਂ ਕਹਿੰਦਾ ਹਾਂ ਜੋ ਮੈਂ ਇਸ ਦੇਸ਼ ਦੇ ਸ਼ਰਾਬੀਪਣ ਅਤੇ ਨਸ਼ੇਬਾਜ਼ੀ ਦੇ ਇਲਾਜ ਕਰਦਿਆਂ ਇੱਕ ਸਭ ਤੋਂ ਪੁਰਾਣੇ ਹਸਪਤਾਲ ਦਾ ਮੈਡੀਕਲ ਡਾਇਰੈਕਟਰ ਹੁੰਦਿਆਂ ਹਾਸਲ ਕੀਤਾ। ਇਸ ਲਈ ਮੈਨੂੰ ਉਦੋਂ ਅਸਲ ਸੰਤੁਸ਼ਟੀ ਦਾ ਅਹਿਸਾਸ ਹੋਇਆ ਜਦੋਂ ਮੈਨੂੰ ਇਹਨਾਂ ਸਭਿਆਂ ਵਿੱਚ ਵਿਸਥਾਰਪੂਰਵਕ ਦਰਸਾਏ ਗਏ ਵਿਸ਼ੇ 'ਤੇ ਯੋਗਦਾਨ ਪਾਉਣ ਲਈ ਕਿਹਾ ਗਿਆ। ਅਸੀਂ ਡਾਕਟਰ ਲੋਕ ਬਹੁਤ ਸਮੇਂ ਤੱਕ ਇਹੀ ਮਹਿਸੂਸ ਕਰਦੇ ਰਹੇ ਕਿ ਸ਼ਰਾਬੀਆਂ ਲਈ ਨੈਤਿਕ ਮਨੋਵਿਗਿਆਨ ਦੀ ਕਿਸੇ ਨਾ ਕਿਸੇ ਰੂਪ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈ, ਪਰ ਇਸ ਨੂੰ ਲਾਗੂ ਕਰਨ ਲਈ ਅਜਿਹੀਆਂ ਕਈ ਮੁਸ਼ਕਲਾਂ ਪੇਸ਼ ਆਈਆਂ ਜੋ ਸਾਡੀ ਸੋਚ ਤੋਂ ਪਰੇ ਸਨ। ਅਤੀ ਆਧੁਨਿਕ ਮਿਆਰ ਅਤੇ ਹਰ ਚੀਜ਼ ਬਾਰੇ ਸਾਡੀ ਵਿਗਿਆਨਕ ਪਹੁੰਚ ਹੁੰਦਿਆਂ ਹੋਇਆਂ ਵੀ ਅਸੀਂ ਸ਼ਾਇਦ ਚੰਗਿਆਈ ਦੀਆਂ ਸ਼ਕਤੀਆਂ ਜੋ ਸਾਡੇ ਬਨਾਵਟੀ ਗਿਆਨ ਦੇ ਦਾਇਰੇ ਤੋਂ ਬਹੁਤ ਬਾਹਰ ਹੁੰਦੀਆਂ ਹਨ ਨੂੰ ਲਾਗੂ ਕਰਨ ਲਈ ਚੰਗੀ ਤਰ੍ਹਾਂ ਲੈਸ ਨਹੀਂ ਹੁੰਦੇ। ਇਸ ਕਿਤਾਬ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦੇਣ ਵਾਲਾ ਇੱਕ ਵਿਅਕਤੀ ਬਹੁਤ ਸਾਲ ਪਹਿਲਾਂ ਸਾਡੇ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਆਇਆ ਅਤੇ ਉਦੋਂ ਉਸ ਨੂੰ ਕੁਝ ਇਹੋ ਜਿਹੇ ਵਿਚਾਰ ਸੁਝੇ ਜਿਨ੍ਹਾਂ ਨੂੰ ਉਸਨੇ ਤੁਰੰਤ ਅਮਲੀ ਰੂਪ ਵਿੱਚ ਲਿਆਂਦਾ। ਬਾਅਦ ਵਿੱਚ ਉਸਨੇ ਦੂਜੇ ਮਰੀਜ਼ਾਂ ਨੂੰ ਆਪਣੀ ਕਹਾਣੀ ਸੁਣਾਉਣ ਦੀ ਇਜਾਜ਼ਤ ਮੰਗੀ ਅਤੇ ਕੁਝ ਝਿਜਕਦਿਆਂ ਹੋਇਆਂ ਅਸੀਂ ਹਾਂ ਕਰ ਦਿੱਤੀ। ਜਿਨ੍ਹਾਂ ਕੇਸਾਂ ਬਾਰੇ ਅਸੀਂ ਬਾਅਦ ਵਿੱਚ ਵੀ ਗੌਰ ਕਰਦੇ ਰਹੇ ਉਹ ਬਹੁਤ ਦਿਲਚਸਪ ਸਨ। ਅਸਲ ਵਿੱਚ ਉਹਨਾਂ ਵਿੱਚੋਂ ਕਈ ਅਸਚਰਜਜਨਕ ਸਨ। ਜਿੱਥੋਂ ਤੱਕ ਅਸੀਂ ਜਾਣਦੇ ਹਾਂ ਇਹਨਾਂ ਦੀ ਭਾਈਚਾਰੇ ਦੀ ਭਾਵਨਾ ਵਾਕਿਆ ਹੀ ਉਸ ਵਿਅਕਤੀ ਨੂੰ ਪ੍ਰੇਰਨਾ ਦਿੰਦੀ ਹੈ ਜਿਨ੍ਹਾਂ ਨੇ ਇਸ ਸ਼ਰਾਬੀਪਣ ਦੇ ਦਾਇਰੇ ਵਿੱਚ ਲੰਬੇ ਸਮੇਂ ਤੱਕ ਅਣਥੱਕ ਮਿਹਨਤ ਕੀਤੀ ਹੋਵੇ। ਉਹ ਆਪਣੇ ਆਪ 'ਤੇ ਵਿਸ਼ਵਾਸ ਕਰਦੇ ਹਨ ਅਤੇ ਇਸ ਤੋਂ ਵੀ ਵੱਧ ਉਸ ਸ਼ਕਤੀ 'ਤੇ ਜੋ ਕਿ ਪੁਰਾਣੇ ਸ਼ਰਾਬੀ ਨੂੰ ਮੌਤ ਦੇ ਮੂੰਹੋਂ ਕੱਢ ਲਿਆਉਂਦੀ ਹੈ। ਇਹ ਜ਼ਰੂਰੀ ਹੈ ਕਿ ਸ਼ਰਾਬੀ ਨੂੰ ਸ਼ਰਾਬ ਪੀਣ ਦੀ ਸਰੀਰਕ ਹੁੜਕ ਤੋਂ ਛੁਟਕਾਰਾ ਮਿਲੇ ਅਤੇ ਇਸ ਲਈ ਉਸ ਨੂੰ ਆਮ ਤੌਰ 'ਤੇ ਹਸਪਤਾਲ ਦੇ ਖਾਸ ਇਲਾਜ ਦੀ ਲੋੜ ਹੁੰਦੀ ਹੈ ਤਾਂ ਜੋ ਮਨੋਵਿਗਿਆਨਕ ਯਤਨ ਵੱਧ ਤੋਂ ਵੱਧ ਲਾਭਕਾਰੀ ਹੋ ਸਕਣ। ਸਾਨੂੰ ਵਿਸ਼ਵਾਸ ਹੈ ਅਤੇ ਇਸ ਲਈ ਕੁਝ ਸਾਲ ਪਹਿਲਾਂ ਅਸੀਂ ਸਮਝਾਇਆ ਵੀ ਸੀ ਕਿ ਇਹਨਾਂ ਪੁਰਾਣੇ ਸ਼ਰਾਬੀਆਂ 'ਤੇ ਸ਼ਰਾਬ ਦਾ ਅਸਰ ਇੱਕ ਅਲਰਜੀ ਵੀਸੀ ਦਾ ਸਪਸ਼ਟ ਪ੍ਰਗਟਾਵਾ ਹੈ। ਇਹ ਹੁੜਕ ਦੀ ਕਿਰਿਆ ਕੇਵਲ ਇਹਨਾਂ ਸ਼ਰਾਬੀਆਂ ਤੱਕ ਹੀ ਸੀਮਿਤ ਹੁੰਦੀ ਹੈ ਅਤੇ ਕਦੇ ਵੀ ਸਧਾਰਨ ਤੌਰ 'ਤੇ ਪੀਣ ਵਾਲੇ ਵਿੱਚ ਨਹੀਂ ਵਾਪਰਦੀ। ਅਜਿਹੇ ਵਿਅਕਤੀ ਜਿਨ੍ਹਾਂ ਨੂੰ ਇਹ ਐਲਰਜੀ ਹੁੰਦੀ ਹੈ ਕਦੇ ਵੀ ਸ਼ਰਾਬ ਦਾ ਸੁਰੱਖਿਅਤ ਤੌਰ 'ਤੇ ਸੇਵਨ ਨਹੀਂ ਕਰ ਸਕਦੇ। ਇੱਕ ਵਾਰ ਆਦਤ ਬਣਨ ਅਤੇ ਇਹ ਜਾਣਨ 'ਤੇ ਕਿ ਉਹ ਉਸ ਨੂੰ ਨਹੀਂ ਛੱਡ ਸਕਦੇ, ਇੱਕ ਵਾਰ ਆਤਮ ਵਿਸ਼ਵਾਸ ਅਤੇ ਦੁਨਿਆਵੀ ਚੀਜ਼ਾਂ ਉੱਪਰ ਨਿਰਭਰਤਾ ਗਵਾ ਬੈਠਣ ਤੇ ਉਹ ਆਪਣੀਆਂ ਮੁਸ਼ਕਿਲਾਂ ਹੇਠ ਦੱਬ ਜਾਂਦੇ ਹਨ ਅਤੇ ਉਹਨਾਂ ਲਈ ਇਹਨਾਂ ਔਂਕੜਾਂ ਨੂੰ ਹੱਲ ਕਰਨਾ ਹੱਦੋਂ ਵੱਧ ਮੁਸ਼ਕਿਲ ਹੋ ਜਾਂਦਾ ਹੈ। ਖੋਖਲੀ ਭਾਵਨਾਤਮਕ ਅਪੀਲ ਕਦੇ ਵੀ ਕਾਫੀ ਨਹੀਂ ਹੁੰਦੀ। ਉਹ ਸੁਨੇਹਾ ਜਿਹੜਾ ਇਹਨਾਂ ਸ਼ਰਾਬੀਆਂ ਲਈ ਮਹੱਤਵਪੂਰਨ ਹੋਵੇ ਅਤੇ ਉਹਨਾਂ ਨੂੰ ਸੰਭਾਲ ਸਕੇ ਉਸ ਵਿੱਚ ਗਹਿਰਾਈ ਅਤੇ ਵਚਨ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਮੁੜ ਬਣਾਉਣੀਆਂ ਹਨ ਤਾਂ ਲਗਭਗ ਸਾਰੀਆਂ ਹੀ ਹਾਲਤਾਂ ਵਿੱਚ ਉਹਨਾਂ ਦੇ ਸਿਧਾਂਤਾਂ ਦੀਆਂ ਜੜ੍ਹਾਂ ਦਾ ਆਪਣੇ ਤੋਂ ਵੱਡੀ ਸ਼ਕਤੀ ਵਿੱਚ ਹੋਣਾ ਜ਼ਰੂਰੀ ਹੈ। ਜੇਕਰ ਕੋਈ ਇਹ ਮਹਿਸੂਸ ਕਰਦਾ ਹੈ ਕਿ ਸ਼ਰਾਬੀਆਂ ਦੇ ਹਸਪਤਾਲ ਵਿੱਚ ਮਨੋਵਿਗਿਆਨੀ ਹੋਣ ਨਾਤੇ ਅਸੀਂ ਕੁਝ ਜਜ਼ਬਾਤੀ ਜਾਪਦੇ ਹਾਂ ਤਾਂ ਉਹ ਸਾਡੇ ਨਾਲ ਕੁਝ ਦੇਰ ਆ ਕੇ ਸ਼ਰਾਬੀਆਂ ਦੇ ਦੁੱਖ, ਨਿਰਾਸ਼ ਪਤਨੀਆਂ ਅਤੇ ਉਹਨਾਂ ਦੇ ਬਿਲਕਦੇ ਬੱਚੇ ਵੇਖੇ। ਇਹਨਾਂ ਮੁਸ਼ਕਲਾਂ ਨੂੰ ਹੱਲ ਕਰਨਾ ਜੇ ਉਸ ਦੀ ਰੋਜ਼ਾਨਾ ਜ਼ਿੰਦਗੀ ਦੇ ਹਰ ਪਲ ਦਾ ਹਿੱਸਾ ਬਣ ਜਾਵੇ ਤਾਂ ਵੱਡੇ ਤੋਂ ਵੱਡਾ ਸਣਕੀ ਵਿਅਕਤੀ ਵੀ ਹੈਰਾਨ ਨਹੀਂ ਹੋਵੇਗਾ ਕਿ ਅਸੀਂ ਇਸ ਲਹਿਰ ਨੂੰ ਕਿਉਂ ਸਵੀਕਾਰ ਅਤੇ ਪ੍ਰੋਤਸਾਹਿਤ ਕੀਤਾ ਹੈ। ਬਹੁਤ ਸਾਲਾਂ ਦੇ ਤਜਰਬੇ ਤੋਂ ਬਾਅਦ ਅਸੀਂ ਮਹਿਸੂਸ ਕਰਦੇ ਹਾਂ ਕਿ ਇਸ ਪਰ ਉਪਕਾਰੀ ਲਹਿਰ ਤੋਂ ਜ਼ਿਆਦਾ ਕਿਸੇ ਚੀਜ਼ ਨੇ ਵੀ ਇਹਨਾਂ ਦੇ ਮੁੜ ਵਸੇਵੇ ਲਈ ਯੋਗਦਾਨ ਨਹੀਂ ਪਾਇਆ। ਲੋਕ ਅਕਸਰ ਇਸ ਲਈ ਹੀ ਪੀਂਦੇ ਹਨ ਕਿ ਸ਼ਰਾਬ ਤੋਂ ਪੈਦਾ ਹੋਇਆ ਅਸਰ ਉਹਨਾਂ ਨੂੰ ਚੰਗਾ ਲੱਗਦਾ ਹੈ। ਇਹ ਉਤੇਜਨਾ
ਇੰਨੀ ਭੁਲੇਖੇ ਵਿੱਚ ਪਾਉਣ ਵਾਲੀ ਹੁੰਦੀ ਹੈ ਕਿ ਇਹ ਮੰਨਦਿਆਂ ਹੋਇਆਂ ਵੀ ਕਿ ਇਹ ਨੁਕਸਾਨਦਾਇਕ ਹੈ, ਕੁਝ ਸਮਾਂ ਪੀਂਦੇ ਰਹਿਣ ਤੋਂ ਬਾਅਦ ਉਹ ਸੱਚ ਅਤੇ ਝੂਠ ਵਿੱਚ ਕੁਝ ਫਰਕ ਨਹੀਂ ਵੇਖ ਸਕਦੇ। ਉਹਨਾਂ ਨੂੰ ਆਪਣੀ ਸ਼ਰਾਬੀ ਜ਼ਿੰਦਗੀ ਹੀ ਇੱਕ ਸੁਭਾਵਿਕ ਜ਼ਿੰਦਗੀ ਜਾਪਦੀ ਹੈ। ਉਹ ਉਦੋਂ ਤੱਕ ਅਸ਼ਾਂਤ, ਕੁੜਦੇ ਹੋਏ ਅਤੇ ਅਸੰਤੁਸ਼ਟ ਰਹਿੰਦੇ ਹਨ ਜਦੋਂ ਤੱਕ ਕਿ ਮੁੜ ਸੌਖੇ ਅਤੇ ਆਰਾਮ ਦੀ ਭਾਵਨਾ ਮਹਿਸੂਸ ਨਹੀਂ ਕਰਦੇ, ਜੋ ਕਿ ਸ਼ਰਾਬ ਪੀਂਦਿਆਂ ਸਾਰ ਹੀ ਆ ਜਾਂਦੀ ਹੈ। ਉਹੀ ਸ਼ਰਾਬ ਜਿਸ ਨੂੰ ਉਹ ਦੂਜੇ ਲੋਕਾਂ ਨੂੰ ਸੁਰੱਖਿਅਤ ਪੀਂਦੇ ਦੇਖਦੇ ਹਨ। ਜਦੋਂ ਉਹ ਪੀਣ ਦੀ ਇੱਛਾ ਅੱਗੇ ਗੋਡੇ ਟੇਕ ਦਿੰਦੇ ਹਨ, ਜਿਵੇਂ ਕਿ ਬਹੁਤਿਆਂ ਨਾਲ ਹੁੰਦਾ ਹੈ, ਤਾਂ ਕਿ ਫਿਰ ਹੁੜਕ ਦੀ ਇੱਕ ਕਿਰਿਆ ਜਾਗ ਉੱਠਦੀ ਹੈ। ਫਿਰ ਉਹ ਚੰਗੀ ਤਰ੍ਹਾਂ ਜਾਣੀ ਪਛਾਣੀ ਝੜੀ ਵਿੱਚੋਂ ਲੰਘਦੇ ਹਨ ਅਤੇ ਪਛਤਾਉਂਦੇ ਹੋਏ ਇਹ ਦ੍ਰਿੜ ਨਿਸ਼ਚਾ ਕਰਦੇ ਹਨ ਕਿ ਉਹ ਮੁੜ ਕਦੇ ਨਹੀਂ ਪੀਣਗੇ। ਇਹ ਬਾਰ-ਬਾਰ ਹੁੰਦਾ ਰਹਿੰਦਾ ਹੈ ਅਤੇ ਜਦੋਂ ਤੱਕ ਇਹ ਵਿਅਕਤੀ ਪੂਰਨ ਤੌਰ 'ਤੇ ਮਨੋਵਿਗਿਆਨਕ ਤਬਦੀਲੀ ਮਹਿਸੂਸ ਨਹੀਂ ਕਰਦਾ, ਉਸ ਦੇ ਠੀਕ ਹੋਣ ਦੀ ਆਸ ਬਹੁਤ ਘੱਟ ਹੁੰਦੀ ਹੈ। ਦੂਜੇ ਪਾਸੇ ਉਹਨਾਂ ਲੋਕਾਂ ਨੂੰ ਜੋ ਇਸ ਨੂੰ ਨਹੀਂ ਸਮਝ ਸਕਦੇ, ਇਹ ਹੈਰਾਨੀ ਵਾਲੀ ਗੱਲ ਜਾਪੇਗੀ ਕਿ ਇੱਕ ਵਾਰ ਮਾਨਸਿਕ ਬਦਲਾਅ ਹੋਣ 'ਤੇ ਉਹੀ ਮਨੁੱਖ ਜੋ ਤਬਾਹ ਹੋਇਆ ਜਾਪਦਾ ਸੀ, ਜਿਸ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਸਨ ਅਤੇ ਜਿਨ੍ਹਾਂ ਦੇ ਹੱਲ ਪ੍ਰਤੀ ਉਹ ਨਿਰਾਸ਼ ਹੋ ਚੁੱਕਿਆ ਸੀ, ਅਚਾਨਕ ਆਪਣੇ ਆਪ ਨੂੰ ਆਸਾਨੀ ਨਾਲ ਸ਼ਰਾਬ ਪੀਣ ਦੀ ਇੱਛਾ 'ਤੇ ਕਾਬੂ ਪਾਉਣ ਦੇ ਯੋਗ ਪਾਉਂਦਾ ਹੈ। ਇਸ ਲਈ ਸਿਰਫ ਕੁਝ ਸਧਾਰਨ ਨਿਯਮਾਂ ਦੀ ਪਾਲਣਾ ਦਾ ਯਤਨ ਜ਼ਰੂਰੀ ਹੈ। ਲੋਕ ਸੱਚੀ ਅਤੇ ਨਿਰਾਸ਼ਾਜਨਕ ਅਪੀਲ ਕਰਦਿਆਂ ਮੇਰੇ ਕੋਲ ਕੁਰਲਾਏ, ਡਾਕਟਰ, ਮੈਂ ਇਸੇ ਹੀ ਤਰ੍ਹਾਂ ਨਹੀਂ ਜੀ ਸਕਦਾ। ਜ਼ਿੰਦਗੀ ਜਿਉਣ ਲਈ ਮੇਰੇ ਕੋਲ ਸਭ ਕੁਝ ਹੈ। ਮੇਰੇ ਲਈ ਸ਼ਰਾਬ ਛੱਡਣਾ ਜ਼ਰੂਰੀ ਹੈ, ਪਰ ਛੱਡ ਨਹੀਂ ਸਕਦਾ। ਤੁਸੀਂ ਜ਼ਰੂਰ ਮੇਰੀ ਸਹਾਇਤਾ ਕਰੋ। ਇਸ ਸਮੱਸਿਆ ਦਾ ਸਾਹਮਣਾ ਕਰਦਿਆਂ ਜੇ ਇੱਕ ਡਾਕਟਰ ਆਪਣੇ ਆਪ ਨਾਲ ਇਮਾਨਦਾਰ ਹੈ, ਉਹ ਜ਼ਰੂਰ ਕਈ ਵਾਰ ਆਪਣੇ ਆਪ ਨੂੰ ਅਧੂਰਾ ਮਹਿਸੂਸ ਕਰੇਗਾ, ਭਾਵੇਂ ਉਹ ਆਪਣਾ ਸਭ ਕੁਝ ਜੋ ਉਸ ਕੋਲ ਹੈ ਦੇ ਦੇਵੇ, ਫਿਰ ਵੀ ਇਹ ਅਕਸਰ ਕਾਫੀ ਨਹੀਂ ਹੁੰਦਾ। ਇੰਜ ਮਹਿਸੂਸ ਹੁੰਦਾ ਹੈ ਕਿ ਲੋੜੀਂਦੇ ਮਾਨਸਿਕ ਬਦਲਾਅ ਲਈ ਮਨੁੱਖੀ ਸ਼ਕਤੀ ਤੋਂ ਵੱਡੀ ਕਿਸੇ ਸ਼ਕਤੀ ਦੀ ਲੋੜ ਹੈ। ਭਾਵੇਂ ਮਨੋਵਿਗਿਆਨਕ ਕੋਸ਼ਿਸ਼ਾਂ ਸਦਕਾ ਕਾਫੀ ਹੱਦ ਤੱਕ ਰੋਗ ਮੁਕਤੀ ਹੁੰਦੀ ਹੈ, ਪਰ ਸਾਨੂੰ ਡਾਕਟਰਾਂ ਨੂੰ ਇਹ ਮੰਨਣਾ ਚਾਹੀਦਾ ਹੈ ਕਿ ਅਸੀਂ ਇਸ ਸਮੱਸਿਆ ਦੇ ਹੱਲ ਲਈ ਸਮੁੱਚੇ ਤੌਰ 'ਤੇ ਬਹੁਤ ਘੱਟ ਪ੍ਰਭਾਵ ਪਾਇਆ ਹੈ। ਬਹੁਤ ਸਾਰੇ ਸ਼ਰਾਬੀਆਂ ਤੇ ਸਧਾਰਨ ਮਨੋਵਿਗਿਆਨਕ ਤਰੀਕਿਆਂ ਦਾ ਕੋਈ ਅਸਰ ਨਹੀਂ ਹੁੰਦਾ। ਮੈਂ ਉਹਨਾਂ ਨਾਲ ਸਹਿਮਤ ਨਹੀਂ ਜਿਹੜੇ ਇਹ ਵਿਸ਼ਵਾਸ ਕਰਦੇ ਹਨ ਕਿ ਸ਼ਰਾਬੀਪਣ ਸਿਰਫ ਮਾਨਸਿਕ ਕਾਬੂ ਪਾਉਣ ਦੀ ਸਮੱਸਿਆ ਹੈ। ਉਦਾਹਰਨ ਦੇ ਤੌਰ 'ਤੇ ਮੈਂ ਅਜਿਹੇ ਕਈ ਲੋਕਾਂ ਨੂੰ ਮਿਲਿਆ ਹਾਂ ਜੋ ਕਿ ਆਪਣੇ ਕਿਸੇ ਸਮੱਸਿਆ ਦਾ ਕਾਰੋਬਾਰ ਦੇ ਸੌਦੇ ਨੂੰ ਇੱਕ ਖਾਸ ਮਿਤੀ ਤੱਕ ਸਿਰੇ ਚਾੜ੍ਹਨ ਲਈ ਕਈ ਮਹੀਨਿਆਂ ਭਰ ਕੋਸ਼ਿਸ਼ ਕਰਦੇ ਰਹੇ, ਜੋ ਉਹਨਾਂ ਦੇ ਪੱਖ ਵਿੱਚ ਸੀ। ਪਰ ਸਿਰੇ ਪਹੁੰਚਣ ਤੋਂ 1-2 ਦਿਨ ਪਹਿਲਾਂ ਹੀ ਉਹ ਸ਼ਰਾਬ ਪੀ ਬੈਠੇ। ਫਿਰ ਹੁੜਕ ਦੀ ਕਿਰਿਆ ਸ਼ੁਰੂ ਹੋ ਗਈ, ਜੋ ਹਰ ਪਹਿਲੂ 'ਤੇ ਹਾਵੀ ਹੋ ਗਈ, ਜਿਸ ਨਾਲ ਉਹ ਮਹੱਤਵਪੂਰਨ ਕੰਮ ਸਿਰੇ ਨਹੀਂ ਚੜ੍ਹ ਸਕਿਆ। ਇਹ ਆਦਮੀ ਸਮੱਸਿਆਵਾਂ ਤੋਂ ਭੱਜਣ ਲਈ ਨਹੀਂ, ਸਗੋਂ ਆਪਣੀ ਪੀਣ ਦੀ ਹੁੜਕ ਮਿਟਾਉਣ ਲਈ ਪੀਂਦੇ ਸਨ, ਜੋ ਉਹਨਾਂ ਦੇ ਵੱਸੋਂ ਬਾਹਰ ਸੀ। ਪੀਣ ਦੀ ਹੁੜਕ ਵਜੋਂ ਕਈ ਸਥਿਤੀਆਂ ਪੈਦਾ ਹੁੰਦੀਆਂ ਹਨ, ਜਿਨ੍ਹਾਂ ਕਰਕੇ ਕਈ ਵਿਅਕਤੀ ਉਸ ਹੁੜਕ ਨਾਲ ਲੜਾਈ ਕਰਨ ਦੀ ਬਜਾਏ ਬਹੁਤ ਵੱਡੀ ਬਲੀ ਦੇ ਬੈਠਦੇ ਹਨ। ਸ਼ਰਾਬੀਆਂ ਨੂੰ ਕਿਸਮਾਂ ਵਿੱਚ ਵੰਡਣਾ ਔਖਾ ਹੈ ਅਤੇ ਇਸ ਬਾਰੇ ਵਿਸਥਾਰ ਨਾਲ ਦੱਸਣਾ ਇਸ ਪੁਸਤਕ ਦੇ ਦਾਇਰੇ ਤੋਂ ਬਾਹਰ ਹੈ। ਯਕੀਨਨ ਹੀ ਕਈ ਅਜਿਹੇ ਮਾਨਸਿਕ ਰੋਗੀ ਹੁੰਦੇ ਹਨ ਜੋ ਜਜ਼ਬਾਤੀ ਤੌਰ 'ਤੇ ਸਥਿਰ ਨਹੀਂ ਹੁੰਦੇ। ਅਜਿਹੇ ਕਿਸਮ ਤੋਂ ਅਸੀਂ ਸਭ ਜਾਣੂ ਹਾਂ। ਉਹ ਹਮੇਸ਼ਾ ਹੀ ਖਿਆਲੀ ਪੜਾਓ ਪਕਾਉਂਦੇ ਰਹਿੰਦੇ ਹਨ। ਉਹ ਡੂੰਘੇ ਪਛਤਾਵੇ ਵਿੱਚ ਰਹਿੰਦਿਆਂ ਹੋਇਆਂ ਕਈ ਮਤੇ ਬਣਾਉਂਦੇ ਹਨ, ਪਰ ਕਦੇ ਵੀ ਕੋਈ ਫੈਸਲਾ ਨਹੀਂ ਕਰ ਪਾਉਂਦੇ। ਦੂਜੇ ਪਾਸੇ ਇੱਕ ਅਜਿਹੀ ਕਿਸਮ ਦਾ ਸ਼ਰਾਬੀ ਹੁੰਦਾ ਹੈ ਜੋ ਇਹ ਮੰਨਣ ਨੂੰ ਤਿਆਰ ਨਹੀਂ ਹੁੰਦਾ ਕਿ ਉਹ ਪੀ ਨਹੀਂ ਸਕਦਾ। ਉਹ ਪੀਣ ਦੇ ਕਈ ਤਰੀਕਿਆਂ ਬਾਰੇ ਯੋਜਨਾਵਾਂ ਬਣਾਉਂਦਾ ਹੈ। ਉਹ ਸ਼ਰਾਬ ਦੀ ਕਿਸਮ ਜਾਂ ਆਪਣਾ ਵਾਤਾਵਰਣ ਬਦਲਦਾ ਰਹਿੰਦਾ ਹੈ। ਇੱਕ ਅਜਿਹੀ ਕਿਸਮ ਵੀ ਹੈ
ਜਿਸ ਨੂੰ ਹਮੇਸ਼ਾ ਵਿਸ਼ਵਾਸ ਹੈ ਕਿ ਉਹ ਕੁਝ ਦੇਰ ਪੂਰੀ ਤਰ੍ਹਾਂ ਸ਼ਰਾਬ ਤੋਂ ਦੂਰ ਰਹਿਣ ਉਪਰੰਤ ਬਿਨਾਂ ਕਿਸੇ ਖਤਰੇ ਤੋਂ ਪੀ ਸਕਦਾ ਹੈ। ਇੱਕ ਸਣਕੀ ਉਦਾਸ ਜਿਹੀ ਕਿਸਮ ਵੀ ਹੈ ਜਿਸ ਨੂੰ ਸ਼ਾਇਦ ਉਸ ਦੇ ਦੋਸਤ ਵੀ ਸਮਝ ਨਹੀਂ ਸਕਦੇ ਅਤੇ ਉਸ ਬਾਰੇ ਪੂਰਾ ਚੈਪਟਰ ਲਿਖਿਆ ਜਾ ਸਕਦਾ ਹੈ। ਅਜਿਹੀ ਕਿਸਮ ਵੀ ਹੈ ਜੋ ਪੂਰੇ ਤੌਰ 'ਤੇ ਹਰ ਪਹਿਲੂ ਤੋਂ ਸਧਾਰਨ ਹਨ, ਸਿਵਾਏ ਉਸ ਪ੍ਰਭਾਵ ਤੋਂ ਜਿਹੜਾ ਸ਼ਰਾਬ ਕਰਕੇ ਉਹਨਾਂ 'ਤੇ ਪਿਆ ਹੈ। ਉਹ ਅਕਸਰ ਲਾਇਕ, ਬੁੱਧੀਮਾਨ ਅਤੇ ਦੋਸਤਾਨਾ ਹੁੰਦੇ ਹਨ। ਇਹਨਾਂ ਸਾਰਿਆਂ ਅਤੇ ਬਹੁਤ ਸਾਰੇ ਹੋਰਨਾਂ ਵਿੱਚ ਇੱਕ ਲੱਛਣ ਸਾਂਝਾ ਹੁੰਦਾ ਹੈ, ਉਹ ਇੰਜ ਪੀਣੀ ਸ਼ੁਰੂ ਨਹੀਂ ਕਰ ਸਕਦੇ ਜਿਸ ਪਿੱਛੋਂ ਹੋਰ ਸ਼ਰਾਬ ਪੀਣ ਦੀ ਹੁੜਕ ਦੀ ਪ੍ਰਤੀਕਿਰਿਆ ਨਾ ਉੱਠੇ। ਇਹ ਪ੍ਰਤੀਕਿਰਿਆ, ਜਿਵੇਂ ਅਸੀਂ ਪਹਿਲਾਂ ਦੱਸ ਚੁੱਕੇ ਹਾਂ, ਅਲਰਜੀ ਦਾ ਪ੍ਰਤੱਖ ਲੱਛਣ ਹੋ ਸਕਦਾ ਹੈ ਜੋ ਇਹਨਾਂ ਲੋਕਾਂ ਨੂੰ ਬਾਕੀ ਲੋਕਾਂ ਤੋਂ ਅਲੱਗ ਕਰਦੀ ਹੈ ਅਤੇ ਉਹਨਾਂ ਦੀ ਵੱਖਰੀ ਪਛਾਣ ਬਣਾਉਂਦੀ ਹੈ। ਇਹ ਅਲਰਜੀ ਕਦੇ ਵੀ ਉਹਨਾਂ ਇਲਾਜਾਂ ਰਾਹੀਂ ਜਿਨ੍ਹਾਂ ਤੋਂ ਅਸੀਂ ਜਾਣੂ ਹਾਂ ਖਤਮ ਨਹੀਂ ਕੀਤੀ ਜਾ ਸਕਦੀ। ਇੱਕੋ ਰਾਹਤ ਜੋ ਸਾਡੇ ਕੋਲ ਤੁਹਾਨੂੰ ਸੁਝਾਉਣ ਲਈ ਹੈ ਉਹ ਹੈ ਸ਼ਰਾਬ ਤੋਂ ਪੂਰਨ ਪਰਹੇਜ਼। ਇਸ ਨਾਲ ਅਸੀਂ ਤੁਰੰਤ ਹੀ ਵਾਦ ਵਿਵਾਦ ਦੇ ਅਟੁੱਟ ਘੇਰੇ ਵਿੱਚ ਆ ਜਾਂਦੇ ਹਾਂ। ਇਸ ਦੇ ਪੱਖ ਅਤੇ ਵਿਰੋਧ ਵਿੱਚ ਬਹੁਤ ਕੁਝ ਲਿਖਿਆ ਜਾ ਚੁੱਕਿਆ ਹੈ, ਪਰ ਡਾਕਟਰਾਂ ਵਿੱਚ ਇਹ ਆਮ ਧਾਰਨਾ ਜਾਪਦੀ ਹੈ ਕਿ ਜ਼ਿਆਦਾਤਰ ਪੁਰਾਣੇ ਸ਼ਰਾਬੀਆਂ ਦੀ ਤਬਾਹੀ ਨਿਸ਼ਚਿਤ ਹੈ। ਫਿਰ ਇਸ ਦਾ ਹੱਲ ਕੀ ਹੈ? ਸ਼ਾਇਦ ਮੈਂ ਇਸ ਦਾ ਜਵਾਬ ਆਪਣਾ ਇੱਕ ਤਜਰਬਾ ਸਾਂਝਾ ਕਰਕੇ ਦੇ ਸਕਾਂ। ਇਹ ਤਜਰਬਾ ਵਾਪਰਨ ਤੋਂ ਲਗਭਗ 1 ਸਾਲ ਪਹਿਲਾਂ ਇੱਕ ਆਦਮੀ ਸ਼ਰਾਬੀਪਣ ਦੀ ਪੁਰਾਣੀ ਬਿਮਾਰੀ ਦੇ ਇਲਾਜ ਲਈ ਮੇਰੇ ਕੋਲ ਲਿਆਂਦਾ ਗਿਆ। ਉਹ ਪੇਟ ਦੇ ਅਲਸਰ ਤੋਂ ਤਾਂ ਕੁਝ ਠੀਕ ਹੋਇਆ ਸੀ, ਪਰ ਮਾਨਸਿਕ ਰੋਗ ਦੀ ਭੈੜੀ ਹਾਲਤ ਵਿੱਚ ਜਾਪਦਾ ਸੀ। ਉਹ ਜ਼ਿੰਦਗੀ ਵਿੱਚ ਲਗਭਗ ਸਭ ਕੁਝ ਗਵਾ ਚੁੱਕਾ ਸੀ ਅਤੇ ਇੰਜ ਕਿਹਾ ਜਾ ਸਕਦਾ ਹੈ ਕਿ ਉਹ ਸਿਰਫ ਸ਼ਰਾਬ ਪੀਣ ਲਈ ਹੀ ਜੀ ਰਿਹਾ ਸੀ। ਉਸਨੇ ਬੇਝਿਜਕ ਮੰਨਿਆ ਅਤੇ ਉਸ ਨੂੰ ਵਿਸ਼ਵਾਸ ਸੀ ਕਿ ਉਸ ਨੂੰ ਠੀਕ ਹੋਣ ਦੀ ਕੋਈ ਆਸ ਨਹੀਂ ਸੀ। ਸ਼ਰਾਬ ਦੇ ਅਸਰ ਵਜੋਂ ਉਸ ਦੇ ਦਿਮਾਗ ਵਿੱਚ ਕੋਈ ਪੱਕੇ ਤੌਰ 'ਤੇ ਜ਼ਖਮ ਨਹੀਂ ਪਾਇਆ ਗਿਆ। ਉਸਨੇ ਇਸ ਕਿਤਾਬ ਵਿੱਚ ਦਰਸਾਈ ਯੋਜਨਾ ਨੂੰ ਸਵੀਕਾਰ ਕੀਤਾ। 1 ਸਾਲ ਬਾਅਦ ਉਹ ਮੈਨੂੰ ਮਿਲਣ ਆਇਆ ਅਤੇ ਮੈਨੂੰ ਇੱਕ ਬੜੀ ਅਜੀਬ ਕਿਸਮ ਦਾ ਅਹਿਸਾਸ ਹੋਇਆ। ਮੈਂ ਉਸ ਨੂੰ ਨਾਂ ਤੋਂ ਜਾਣਦਾ ਸੀ ਅਤੇ ਉਸ ਦੇ ਕੁਝ ਮੁਹਾਂਦਰੇ ਤੋਂ ਵੀ ਜਾਣੂ ਸੀ, ਪਰ ਇਹ ਸਾਰੀ ਪਛਾਣ ਉਸ ਨਾਲ ਮੇਲ ਨਹੀਂ ਖਾਂਦੀ ਸੀ। ਇੱਕ ਕੰਬਦੇ ਹੋਏ, ਉਦਾਸ ਅਤੇ ਘਬਰਾਏ ਹੋਏ ਮਨੁੱਖ ਦੀ ਬਜਾਏ ਇੱਕ ਨਵਾਂ, ਸੰਤੁਸ਼ਟ, ਆਤਮ ਨਿਰਭਰ ਮਨੁੱਖ ਮੇਰੇ ਸਾਹਮਣੇ ਖੜਾ ਸੀ। ਮੈਂ ਕੁਝ ਦੇਰ ਉਸ ਨਾਲ ਗੱਲਬਾਤ ਕੀਤੀ, ਪਰ ਮੈਂ ਆਪਣੇ ਆਪ ਨੂੰ ਇਹ ਮਹਿਸੂਸ ਨਹੀਂ ਕਰਵਾ ਸਕਿਆ ਕਿ ਮੈਂ ਉਸ ਨੂੰ ਪਹਿਲਾਂ ਜਾਣਦਾ ਸੀ। ਉਹ ਮੇਰੇ ਲਈ ਇੱਕ ਅਜਨਬੀ ਸੀ ਅਤੇ ਉਹ ਉੱਥੋਂ ਚਲਾ ਗਿਆ। ਇੱਕ ਲੰਬੇ ਸਮੇਂ ਤੋਂ ਉਹ ਮੁੜ ਸ਼ਰਾਬ ਵੱਲ ਨਹੀਂ ਪਰਤਿਆ। ਜਦੋਂ ਵੀ ਮੈਨੂੰ ਦਿਮਾਗੀ ਉਤਸ਼ਾਹ ਦੀ ਲੋੜ ਹੁੰਦੀ ਹੈ ਤਾਂ ਮੈਨੂੰ ਅਕਸਰ ਇੱਕ ਹੋਰ ਕੇਸ ਯਾਦ ਆ ਜਾਂਦਾ ਹੈ ਜਿਸ ਨੂੰ ਨਿਊਯਾਰਕ ਦੇ ਇੱਕ ਮਸ਼ਹੂਰ ਡਾਕਟਰ ਨੇ ਮੇਰੇ ਕੋਲ ਲਿਆਂਦਾ ਸੀ। ਉਸ ਮਰੀਜ਼ ਦੀ ਆਪਣੇ ਅਤੇ ਸ਼ਰਾਬੀਪਣ ਦੀ ਬਿਮਾਰੀ ਬਾਰੇ ਆਪਣੀ ਹੀ ਧਾਰਨਾ ਸੀ। ਉਸਨੇ ਆਪਣੀ ਹਾਲਤ ਨੂੰ ਬੇਆਸ ਕਰਾਰ ਦਿੱਤਾ ਹੋਇਆ ਸੀ ਅਤੇ ਆਪਣੇ ਆਪ ਨੂੰ ਮਰ ਜਾਣ ਲਈ ਉਜਾੜ ਵਿੱਚ ਲੁਕੋਇਆ ਹੋਇਆ ਸੀ। ਉਸ ਨੂੰ ਇੱਕ ਖੋਜ ਪਾਰਟੀ ਨੇ ਬਚਾਇਆ ਅਤੇ ਜਿਸ ਨੂੰ ਬੜੀ ਭੈੜੀ ਹਾਲਤ ਵਿੱਚ ਮੇਰੇ ਕੋਲ ਲਿਆਂਦਾ ਗਿਆ। ਸਰੀਰਕ ਤੌਰ 'ਤੇ ਠੀਕ ਹੋਣ ਉਪਰੰਤ ਉਸਨੇ ਮੇਰੇ ਨਾਲ ਗੱਲਬਾਤ ਦੌਰਾਨ ਸਪਸ਼ਟ ਕਿਹਾ ਕਿ ਉਹ ਆਪਣਾ ਇਲਾਜ ਕਰਵਾਉਣਾ ਫਜ਼ੂਲ ਸਮਝਦਾ ਸੀ ਜਦ ਤੱਕ ਮੈਂ ਉਸ ਨੂੰ ਇਹ ਵਿਸ਼ਵਾਸ ਨਾ ਦਿਵਾ ਦਿੰਦਾ ਜਿਹੜਾ ਕਦੇ ਕੋਈ ਵੀ ਨਹੀਂ ਦਿਵਾ ਸਕਿਆ ਕਿ ਭਵਿੱਖ ਵਿੱਚ ਉਹ ਆਪਣੀ ਇੱਛਾ ਸ਼ਕਤੀ ਦੀ ਵਰਤੋਂ ਕਰਕੇ ਪੀਣ ਦੀ ਹੁੜਕ ਨੂੰ ਰੋਕ ਸਕੇਗਾ। ਉਸ ਦੀ ਸ਼ਰਾਬੀਪਣ ਦੀ ਸਮੱਸਿਆ ਇੰਨੀ ਪੇਚੀਦਾ ਸੀ ਅਤੇ ਉਸ ਦੀ ਬੇਦਿਲੀ ਇੰਨੀ ਗਹਿਰੀ ਸੀ ਕਿ ਅਸੀਂ ਮਹਿਸੂਸ ਕੀਤਾ ਕਿ ਉਸ ਦਾ ਇਲਾਜ ਉਦੋਂ ਕਹੇ ਜਾਣ ਵਾਲੇ ਨੈਤਿਕ ਮਨੋਵਿਗਿਆਨ ਰਾਹੀਂ ਹੀ ਹੋ ਸਕਦਾ ਹੈ ਅਤੇ ਸਾਨੂੰ ਸ਼ੱਕ ਸੀ ਕਿ ਇਹ ਤਰੀਕਾ ਵੀ ਸ਼ਾਇਦ ਹੀ ਅਸਰ ਕਰੇ। ਫਿਰ ਵੀ ਉਹ
ਇਸ ਕਿਤਾਬ ਦੇ ਵਿਚਾਰਾਂ ਤੋਂ ਕਾਇਲ ਹੋ ਗਿਆ। ਉਸਨੇ ਕਈ ਸਾਲਾਂ ਤੋਂ ਸ਼ਰਾਬ ਨਹੀਂ ਪੀਤੀ। ਮੈਂ ਜਦੋਂ ਵੀ ਉਸ ਦੀ ਹੁਣ ਦੀ ਅਤੇ ਪਹਿਲਾਂ ਦੀ ਤੁਲਨਾ ਕਰਦਾ ਹਾਂ ਤਾਂ ਪਾਉਂਦਾ ਹਾਂ ਕਿ ਉਹ ਮਾਨਵਤਾ ਦੀ ਇੱਕ ਅਜਿਹੀ ਮਿਸਾਲ ਹੈ ਜਿਸ ਨੂੰ ਹਰ ਕੋਈ ਮਿਲਣਾ ਪਸੰਦ ਕਰਦਾ ਹੈ। ਮੈਂ ਹਰ ਸ਼ਰਾਬੀ ਨੂੰ ਦਿਲੋਂ ਸਲਾਹ ਦਿੰਦਾ ਹਾਂ ਕਿ ਉਹ ਇਸ ਕਿਤਾਬ ਨੂੰ ਮੁਕੰਮਲ ਰੂਪ ਵਿੱਚ ਪੜ੍ਹੇ। ਉਹ ਭਾਵੇਂ ਇਸ ਨੂੰ ਮਜ਼ਾਕ ਵਿੱਚ ਲਵੇ, ਪਰ ਹੋ ਸਕਦਾ ਹੈ ਕਿ ਇਸ ਪ੍ਰਤੀ ਉਸ ਦੀ ਸਰਧਾ ਜਾਗ ਉੱਠੇ। ਵਿਲੀਅਮ ਡੀ ਸਿਲਕਵਰਥ, MD।